ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਗੁਰਜਤਿੰਦਰ ਸਿੰਘ ਰੰਧਾਵਾ। ਤੁਸੀਂ ਦੇਖ ਰਹੇ ਹੋ ਪੰਜਾਬ ਚਰਚਾ ਪ੍ਰੋਗਰਾਮ। ਪੰਜਾਬ ਮੇਲ USA ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸਾਡੇ ਵਿੱਚ ਇੱਕ ਵਾਰੀ ਫੇਰ ਇੱਕ ਨਾਮਵਰ ਪੱਤਰਕਾਰ ਸਰਦਾਰ ਮੇਜਰ ਸਿੰਘ ਉਹ ਹਾਜ਼ਰ ਆ, ਜਿੱਥੇ ਉਹ ਪੰਜਾਬ ਦੀ ਜਾਂ ਹਿੰਦੁਸਤਾਨ ਦੀ ਸਿਆਸਤ ਵਿੱਚ ਆਪਣੀ ਮਹਾਰਤ ਰੱਖਦੇ ਆ। ਉਸ ਦੇ ਨਾਲ ਨਾਲ ਵਿਦੇਸ਼ਾਂ ਦੀ ਸਿਆਸਤ ਵਿੱਚ ਵੀ ਉਹਨਾਂ ਦੀ ਬੜੀ ਰੁਚੀ ਆ। ਅੱਜ ਜਿਹੜੀ ਗੱਲਬਾਤ ਅਸੀਂ ਕਰਾਂਗੇ ਉਹ ਹੈ ਵਿਸ਼ੇਸ਼ ਤੌਰ 'ਤੇ ਅਮਰੀਕਾ ਬਾਰੇ। ਅਮਰੀਕਾ ਦੀਆਂ ਜਿਵੇਂ ਕਿ ਤੁਹਾਨੂੰ ਪਤਾ ਕਿ ਚੋਣਾਂ ਹੋ ਕੇ ਹਟੀਆਂ ਹੋਣੇ ਤਾਜ਼ੀਆਂ, ਅਤੇ ਉਸ ਦਾ ਜਿਹੜਾ ਅਗਲਾ ਪੜਾਅ ਆ ਉਹ ਸ਼ੁਰੂ ਹੋਣ ਜਾ ਰਿਹਾ। ਜਨਵਰੀ ਵਿੱਚ ਜੋ ਬਾਈਡਨ ਜਿਹੜੇ ਆ ਉਹ ਚੋਣ ਜਿੱਤਣ ਤੋਂ ਬਾਅਦ ਆਪਣੀ ਸਹੁੰ ਚੱਕਣਗੇ ਅਤੇ ਅਗਲਾ ਜਿਹੜਾ ਭਾਰ ਸੰਭਾਲਣਗੇ ਅਮਰੀਕਾ ਦੀ ਰਾਜਨੀਤੀ ਦਾ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜੀ ਸਰਦਾਰ ਮੇਜਰ ਸਿੰਘ ਜੀ। ਬਹੁਤ ਮਿਹਰਬਾਨੀ ਜੀ। ਔਰ ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਸ ਤਰ੍ਹਾਂ ਕਿ ਮੈਂ ਦੱਸ ਕੇ ਹਟਿਆ ਕਿ ਹੁਣੇ ਜਿਸ ਤਰ੍ਹਾਂ ਕਿ ਇਲੈਕਸ਼ਨਾਂ ਹੋ ਕੇ ਹਟੀਆਂ, ਬਹੁਤ ਸਾਰਾ ਕੁਛ ਬਦਲਿਆ ਗਿਆ। 4 ਸਾਲ ਦਾ ਰਾਜ ਸੀ ਜਿਹੜਾ ਉਹ ਸਾਡੇ ਜਿਹੜੇ ਪਹਿਲੇ ਰਾਸ਼ਟਰਪਤੀ ਆ ਉਹਨਾਂ ਨੇ ਆਪਣੇ ਤਰੀਕੇ ਨਾਲ ਉਹ ਵੱਖਰਾ ਹੀ ਪਨ ਜਿਹੜਾ ਉਹ ਉੱਥੇ ਫੈਲਾ ਕਰ ਦਿੱਤਾ। ਟਰੰਪ ਸਾਹਿਬ ਦੀ ਮੈਂ ਗੱਲ ਕਰ ਰਿਹਾ। ਟਰੰਪ ਸਾਹਿਬ ਨੇ ਬਹੁਤ ਸਾਰੀਆਂ ਜਿਹੜੀਆਂ ਪਾਬੰਦੀਆਂ ਵੀ ਲਾਈਆਂ, ਬਹੁਤ ਸਖਤੀ ਵੀ ਕੀਤੀ। ਉਹਨਾਂ ਦਾ ਮੇਨ ਜਿਹੜਾ ਰਿਹਾ ਜੀ ਉਹ ਇਹ ਸੀਗਾ ਕਿ ਜਿਹੜੇ ਇਮੀਗ੍ਰੇਸ਼ਨ ਆ ਉਹ ਬੰਦ ਕੀਤੀ ਜਾਵੇ ਜਾਂ ਸਲੋ ਕੀਤੀ ਜਾਵੇ, ਅਤੇ ਉਹਦੇ ਵਿੱਚ ਉਹ ਕਾਮਯਾਬ ਵੀ ਬੜੇ ਰਹੇ ਆ। ਪਰ ਆਮ ਪਬਲਿਕ ਜਿਹੜੀ ਸੀ ਉਹ ਕਾਫੀ ਔਖੀ ਰਹੀ, ਕਿਉਂਕਿ ਬਹੁਤ ਸਾਰਿਆਂ ਦੇ ਪਰਿਵਾਰ ਸੀ ਜਿਹੜੇ ਇੰਡੀਆ 'ਚ ਰਹਿ ਗਏ ਜਾਂ ਹੋਰ ਕੰਟਰੀਜ਼ 'ਚ ਰਹਿ ਗਏ। ਕਈ ਵੀਜ਼ੇ ਉਹਨਾਂ ਨੇ H1 ਵੀਜ਼ਾ ਜਾਂ ਹੋਰ ਕਈ ਵੀਜ਼ੇ ਉਹਨਾਂ ਨੇ ਬੰਦ ਕਰ ਦਿੱਤੇ। ਹੁਣ ਜੋ ਬਾਈਡਨ ਜਿਹੜੇ ਆ ਉਹ ਤਿਆਰੀ 'ਚ ਆ, ਕਿਉਂਕਿ ਜਿਵੇਂ ਕਿ ਪਤਾ ਲੱਗਿਆ ਤਾਜ਼ਾ ਹੁਣੇ ਹੀ ਕਿ ਜਿਹੜੇ ਟਰੰਪ ਸਾਹਿਬ ਆ ਉਹਨਾਂ ਨੇ ਆਪਣੀ ਹਾਰ ਜਿਹੜੀ ਆ ਆਲਮੋਸਟ, ਪੂਰੀ ਤਰ੍ਹਾਂ ਨਹੀਂ, ਆਲਮੋਸਟ ਜਿਹੜੀ ਆ ਉਹ ਸਵੀਕਾਰ ਕਰ ਲਈ ਆ। ਅਤੇ ਜੋ ਬਾਈਡਨ ਉਹ ਤਰੀਕ ਨਿਸ਼ਚਿਤ ਆ ਕਿ 20 ਜਨਵਰੀ ਨੂੰ ਸਹੁੰ ਚੱਕਣਗੇ। ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ ਵੈਸੇ ਗੱਲ ਇਹ ਹੈ ਕਿ ਅਮਰੀਕਾ ਦੇ ਚੋਣ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ ਹੈ ਕਿ ਜਿਹੜੀ ਸੱਤਾ ਬਦਲੀ ਹੈ ਨਾ ਜੀ, ਉਹ ਬੜੀ ਪੀਸਫੁਲ ਹੁੰਦੀ ਰਹੀ ਹੈ। ਕਦੇ ਕੋਈ ਕਿਸੇ ਨੂੰ ਚੇਤਾ ਨਹੀਂ। ਪਿਛਲਾ ਜਿਹੜਾ ਹੈਗਾ ਰਾਸ਼ਟਰਪਤੀ ਉਹ ਜਿਸ ਦਿਨ ਚੋਣ ਹੋ ਜਾਂਦੀ ਹੈ ਜਾਂ ਇਵਨ ਚੋਣ ਤੋਂ 1 ਮਹੀਨਾ ਪਹਿਲਾਂ ਹੀ ਆਪਣੇ ਨਵੇਂ ਫੈਸਲੇ ਕਰਨੇ ਬੰਦ ਕਰ ਦਿੰਦੇ ਨੇ, ਔਰ ਨਾ ਹੀ ਕੋਈ ਕਿਸੇ ਬੁਨਿਆਦੀ ਮਸਲਿਆਂ 'ਤੇ ਉਹ ਡਿਸੀਜ਼ਨ ਲੈਂਦੇ ਨੇ। ਪਰ ਟਰੰਪ ਇਹੋ ਜਿਹੇ ਆਗੂ ਹੈ ਜਿਨ੍ਹਾਂ ਨੇ ਚੋਣ ਤੱਕ ਕੋਈ ਵੀ ਇਹੋ ਜਿਹਾ ਮੌਕਾ ਨਹੀਂ ਗਵਾਇਆ ਜਿਹਦੇ ਵੱਡੇ ਫੈਸਲੇ ਨਾ ਕੀਤੇ ਹੋਣ ਜੀ। ਜਿਵੇਂ ਆਪਣੇ 2 ਰੱਖਿਆ ਦੇ ਨਾਲ ਸੰਬੰਧਿਤ ਜਿਹੜੇ ਮੰਤਰੀ ਸੀ ਉਹ ਭਾਰਤ ਭੇਜ ਕੇ ਇੱਥੇ ਵੱਡੇ ਇੱਕ ਸਮਝੌਤੇ ਕਰਵਾਏ ਜੀ। ਉਹ ਇਸੇ ਤਰ੍ਹਾਂ ਹੀ ਅੰਦਰੂਨੀ ਤੌਰ 'ਤੇ ਉੱਥੇ ਵੀ ਕੀ ਹੋਇਆ। ਹੁਣ ਤਾਕਤ ਨੂੰ ਜਦੋਂ ਸਭ ਕੁਝ ਫੈਲਾ ਹੋ ਗਿਆ, ਦੇਖੋ ਆਮ ਜਨਤਾ ਦੀਆਂ ਵੋਟਾਂ 'ਚ ਵੀ ਅਤੇ ਇਲੈਕਟੋਰਲ ਕਾਲਜ ਦੀਆਂ ਵੋਟਾਂ ਦੀ ਬਹੁਤ ਸਪਸ਼ਟ ਤੌਰ 'ਤੇ ਇਹ ਸਾਹਮਣੇ ਆ ਗਿਆ ਸੀ ਕਿ ਟਰੰਪ ਸਾਹਿਬ ਬਹੁਤ ਪਿੱਛੇ ਨੇ ਜੀ। ਜੋ ਬਾਈਡਨ ਨੂੰ ਅੱਗੇ ਜਿੱਤ ਦਾ ਪਰਚਮ ਉਹਨਾਂ ਦਾ ਲਹਿਰਾ ਚੁੱਕਿਆ ਹੈ। ਪਰ ਇਹਦੇ ਬਾਵਜੂਦ ਜਿਵੇਂ ਉਹ ਪਹਿਲੇ 4 ਸਾਲ ਆਪ ਹੁਦਰੀਆਂ ਕਰਦੇ ਰਹੇ, ਉਹੀ ਆਪ ਹੁਦਰੀ ਉਹਨਾਂ ਨੇ ਇਹ ਚੋਣਾਂ 'ਚ ਦਿਖਾਈ ਹੈ ਜੀ। ਆਪਣੇ ਤੌਰ 'ਤੇ ਕਹਤਾ ਕਿ ਜੇ ਬੇਈਮਾਨੀ ਹੋਈ ਹੈ, ਵੋਟਾਂ ਸਹੀ ਢੰਗ ਨਾਲ ਨਹੀਂ ਗਈਆਂ, ਵੋਟਾਂ ਸਹੀ ਢੰਗ ਨਾਲ ਪੈਣ ਨਹੀਂ ਦਿੱਤੀਆਂ, ਇਹ ਹਰਕੇ ਮੈਂ ਨਹੀਂ ਇਹਨੂੰ ਮੰਨਦਾ। ਯਾਨੀ ਅੱਜ ਤੱਕ ਇਹ ਕਹਿ ਸਕਦੇ ਕਿ ਉਹਨਾਂ ਨੇ ਹਾਰ ਸਵੀਕਾਰ ਹੀ ਨਹੀਂ ਕੀਤੀ। ਇਹ ਤਾਂ ਕਦੀ ਨਹੀਂ ਹੋਇਆ ਸੀ ਅਮਰੀਕਾ ਜੀ, ਬਿਲਕੁਲ ਨਹੀਂ ਹੋਇਆ। ਇਹ ਪਹਿਲੀ ਵਾਰ ਹੈ ਕਿ ਇੱਕ ਹਾਰਿਆ ਹੋਇਆ ਰਾਸ਼ਟਰਪਤੀ ਮਤਲਬ ਕਹਿੰਦਾ ਮੈਂ ਰਾਸ਼ਟਰਪਤੀ ਭਵਨ ਆਪਣਾ ਵਾਈਟ ਹਾਊਸ ਨਹੀਂ ਛੱਡਣਾ ਹੈਗਾ। ਅਤੇ ਇਸ ਨੂੰ ਲੈ ਕੇ ਉੱਥੋਂ ਦੇ ਪ੍ਰਸ਼ਾਸਨ 'ਚ ਵੀ ਵੱਡੀ ਇੱਕ ਚਿੰਤਾ ਪਾਈ ਜਾ ਰਹੀ ਸੀ ਕਿ ਕੱਲ੍ਹ ਨੂੰ ਜਦੋਂ ਅਸੀਂ ਸਹੁੰ ਚੁੱਕਣੀ ਹੈ ਅਤੇ ਵਾਈਟ ਹਾਊਸ ਖਾਲੀ ਕਰਾਉਣ ਲਈ ਕਿਤੇ ਕੋਈ ਸਖਤੀ ਨਾ ਕਰਨੀ ਪਵੇ। ਬਿਲਕੁਲ। ਅਤੇ ਆਪਣੇ ਆਪ 'ਚ ਬੜੀ ਇੱਕ ਮੰਦਭਾਗੀ ਘਟਨਾ ਹੋ ਅਮਰੀਕਨ ਡੈਮੋਕ੍ਰੇਸੀ ਦੇ ਇਤਿਹਾਸ ਵਿੱਚ, ਕਿਉਂਕਿ ਅਮਰੀਕਾ ਇਹ ਕਹਿੰਦਾ ਹੈ ਕਿ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ ਜਾਂ ਜਮਹੂਰੀਅਤ ਦੀ ਜਿਹੜੀ ਜੜ੍ਹਾਂ ਨੇ ਉਹ ਅਮਰੀਕਾ ਵੱਲੋਂ ਹੈ। ਉੱਥੇ ਇਹਦਾ ਸਭ ਤੋਂ ਵੱਡਾ ਪ੍ਰਭਾਵ। ਵੱਡੀ ਗੱਲ ਇਹ ਆ ਜੀ, ਮੈਂ ਜਿਵੇਂ ਤੁਸੀਂ ਹੁਣ ਡੈਮੋਕ੍ਰੇਸੀ ਦੀ ਗੱਲ ਕੀਤੀ ਆ, ਭਾਵੇਂ ਕਿ ਹਿੰਦੁਸਤਾਨ ਵੀ ਇਸ ਗੱਲ ਦਾ ਆਪਣੇ ਆਪ ਨੂੰ ਪ੍ਰੋੜਤਾ ਕਰਦਾ ਕਿ ਜਿਹੜੀ ਡੈਮੋਕ੍ਰੇਸ ਕੰਟਰੀ ਆ ਉਹ ਜਿਹੜਾ ਉਹ ਸ਼ਾਇਦ ਹਿੰਦੁਸਤਾਨ ਹੀ ਆ। ਪਰ ਮੈਂ ਇੱਥੇ ਇੱਕ ਗੱਲ ਕਰਨੀ ਚਾਹੁੰਦਾ ਕਿ ਜਿਹੜਾ ਅਮਰੀਕਾ, ਮੈਂ ਉਸ ਕੰਟਰੀ ਨੂੰ ਸਭ ਤੋਂ ਜ਼ਿਆਦਾ ਡੈਮੋਕ੍ਰੇਟਿਕ ਮੰਨਦਾ, ਕਿਉਂਕਿ ਰੀਜ਼ਨ ਇਹ ਆ ਉੱਥੇ ਨਾ ਤਾਂ ਟਿਕਟ ਦੇਣ ਲੱਗਿਆ ਕਿਸੇ ਵੀ ਉਮੀਦਵਾਰ ਨੂੰ ਉੱਤੋਂ ਕੋਈ ਆਉਂਦਾ, ਨਾ ਕਿਸੇ ਦੀ ਕੋਈ ਰਿਸ਼ਵਤ ਨਾਲ ਵੀ 1 ਕਰੋੜ 2 ਕਰੋੜ ਜਿਸ ਤਰ੍ਹਾਂ ਇੰਡੀਆ 'ਚ ਚੱਲਦਾ ਆਮ ਤੌਰ 'ਤੇ ਬਹੁਤੇ ਕੈਂਡੀਡੇਟ ਪੈਸੇ ਦੇ ਕੇ ਟਿਕਟਾਂ ਖਰੀਦ ਲੈਂਦੇ। ਬਿਲਕੁਲ ਠੀਕ ਹੈ। ਹਾਂ, ਅਤੇ ਉੱਥੇ ਇਸ ਤਰ੍ਹਾਂ ਦਾ ਕੰਮ ਹੈ ਨਹੀਂ ਗਾ। ਉੱਥੇ ਤਾਂ ਰੂਟ ਲੈਵਲ ਤੋਂ ਲੋਕਾਂ ਨੇ ਚੁਣਨਾ ਵੀ ਸਾਡਾ ਕੈਂਡੀਡੇਟ ਕਿਹੜਾ। ਪ੍ਰਾਇਮਰੀ ਇਲੈਕਸ਼ਨਾਂ ਹੋਣੀਆਂ, ਜੇ 4 ਬੰਦੇ ਇੱਕ ਪਾਰਟੀ ਦੇ ਖੜ੍ਹੇ ਆ ਅਤੇ ਉਹਨਾਂ ਨੇ ਦੱਸਣਾ
ਕਿ ਸਾਡੇ ਚੋਂ ਕੈਂਡੀਡੇਟ ਕਿਹੜਾ ਅਗਲੀਆਂ ਆਉਣ ਵਾਲੀਆਂ ਫਾਈਨਲ ਇਲੈਕਸ਼ਨਾਂ ਵਿੱਚ ਕਿਹੜਾ ਹੋਊਗਾ, ਦੂਜੀ ਪਾਰਟੀ ਨਾਲ ਕਿਹੜਾ ਜ਼ੋਰ ਜਮੈਸ਼ ਕਰੂਗਾ, ਤੇ ਇਸ ਤੋਂ ਵੱਡੀ ਜਿਹੜੀ ਡੈਮੋਕ੍ਰੇਟ ਸਿਸਟਮ ਆ ਉਹ ਕਿਤੇ ਨਹੀਂ ਹੈਗਾ। ਇਹੀ ਗੱਲ ਹੈ ਨਾ, ਇਸੇ ਲਈ ਲੋਕ ਉੱਥੇ ਚਿੰਤਾਵਾਨ ਹੈ ਜੀ ਕਿ ਇੱਕ ਚੁਣੇ ਹੋਏ ਰਾਸ਼ਟਰਪਤੀ ਵੱਲੋਂ ਆਪਣੀ ਹਾਰ ਤੋਂ ਬਾਅਦ ਇਹ ਕਹਿ ਸੌਦਾ ਨਾ ਛੱਡਣਾ, ਇਹ ਕਹਿ ਦੇਣਾ ਜਾਂ ਕਿ ਮੈਂ ਉਹਦਾ ਤਾਂ ਛੱਡਣ ਲਈ ਤਿਆਰ ਨਾ ਹੋਣਾ, ਜੀ। ਇਹ ਆਪਣੇ ਆਪ 'ਚ ਉੱਥੋਂ ਦੀ ਡੈਮੋਕ੍ਰੇਸੀ ਤੇ ਇੱਕ ਧੱਬਾ ਹੈਗਾ। ਜੀ ਜੀ ਬਿਲਕੁਲ ਇਸ ਗੱਲ ਨੂੰ ਮਤਲਬ ਸਾਰੇ ਮਹਿਸੂਸ ਕਰ ਰਹੇ ਹੈ। ਬਿਲਕੁਲ। ਔਰ ਅੱਜ ਉਹ ਟਰੰਪ ਨੇ, ਕਿਉਂਕਿ ਉੱਥੇ ਹੁਣ ਕੁਛ ਰਾਜਾਂ 'ਚ ਫੇਰ ਉਹਦੀ ਹਾਰ ਹੋ ਗਈ ਹੈ, ਉਸ ਤੋਂ ਬਾਅਦ 'ਚ ਉਹਨੇ ਇਸ਼ਾਰਾ ਕੀਤਾ ਗਾ ਕਿ ਮੈਂ ਹੁਣ ਛੱਡ ਦਿਆਂਗਾ। ਇਸ ਨਾਲ ਅਧਿਕਾਰੀਆਂ ਨੇ ਵੀ ਉੱਥੇ ਜਿਹੜੇ ਚਿੰਤਾਵਾਨ ਹੋਏ ਬੈਠੇ ਸੀ, ਅੱਜ ਉਹਨਾਂ ਨੇ ਸੁੱਖ ਦਾ ਸਾਹ ਲਿਆ ਗਾ। ਬਿਲਕੁਲ। ਇੱਕ ਤਾਂ ਇਹ ਵੱਡੀ ਉੱਥੇ ਹੋਈ ਹੈ, ਹੁਣ ਲੱਗਦਾ ਹੈ ਕਿ 20 ਜਨਵਰੀ ਨੂੰ ਜੋ ਬਾਈਡਨ ਦੇ ਅਹੁਦਾ ਸੰਭਾਲਣ ਤੇ ਆਪਣਾ ਵਾਈਟ ਹਾਊਸ ਗਰੰਟਡ ਹੋ ਗਿਆ, ਕਿਤਨਾ ਕਹਿ ਸਕਦੇ ਕੋਈ ਬਹੁਤਾ ਸਮੱਸਿਆ ਨਹੀਂ ਹੈਗੀ। ਉਹ ਬੜੇ ਆਰਾਮ ਨਾਲ ਉੱਥੇ ਜਾ ਕੇ ਆਪਣੀ ਕਾਰਜਭਾਗ ਸੰਭਾਲਣਗੇ। ਇਸ ਦੇ ਨਾਲ ਜਿਹੜੇ ਇਹਨਾਂ ਨੇ ਆਪਣੇ ਸੈਕਟਰੀ ਵੀ ਜਿਹੜੇ ਆ ਉਹ ਨਿਯੁਕਤ ਕਰਨੇ ਸ਼ੁਰੂ ਕਰ ਦਿੱਤੇ ਬਾਈਡਨ ਸਾਹਿਬ ਨੇ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਬਿਲਕੁਲ ਠੀਕ ਹੈ, ਕਿਉਂਕਿ ਅਮਰੀਕਾ ਦੀ ਰਵਾਇਤ ਅਨੁਸਾਰ ਇਹ ਹੈ ਕਿ ਸਾਡੇ ਹਿੰਦੁਸਤਾਨ 'ਚ ਤਾਂ ਹੋਰ ਹੈ ਕੰਮ ਜੀ। ਅਮਰੀਕਾ 'ਚ ਜਿਵੇਂ ਤੁਸੀਂ ਜਾਣਦੇ ਹੋ ਕਿ ਉੱਥੇ ਰਾਸ਼ਟਰਪਤੀ ਜਿਹੜਾ ਬਣਦਾ ਹੈ ਉਹ ਆਪਣੀ ਪਸੰਦ ਦੇ ਫਿਰ ਸਾਰੇ ਸੈਕਟਰੀ, ਜਿਹਨੂੰ ਹਿੰਦੁਸਤਾਨ ਦੇ ਵਿੱਚ ਮੰਤਰੀ ਕਹਿੰਦੇ ਆਪਾਂ, ਉਹ ਉੱਥੇ ਚੁਣਦਾ ਹੈ। ਹੁਣ ਜਿਵੇਂ ਸਟੇਟ ਸੈਕਟਰੀ ਉਹਨਾਂ ਨੇ ਚੁਣਦਾ ਆਪਣਾ, ਰੱਖਿਆ ਦਾ ਇੱਕ ਆਗੂ ਆਪਣਾ ਉਹਨਾਂ ਨੇ ਖਜ਼ਾਨਾ ਮੰਤਰੀ ਜਿਹਨੂੰ ਕਹਿੰਦੇ ਅਸੀਂ ਉਹ ਬਣਾ ਲਿਆ, ਰੱਖਿਆ ਦਾ ਇਸਤਰੀ ਸੈਕਟਰੀ ਬਣਾਤਾ ਜੀ। ਹੌਲੀ ਹੌਲੀ ਜੋ ਬਾਈਡਨ ਨੇ ਐਲਾਨ ਕੀਤਾ ਹੈ ਕਿ ਮੈਂ ਆਉਣ ਵਾਲੇ ਦਿਨਾਂ 'ਚ ਸਾਰੇ ਸੈਕਟਰੀ ਆਫ ਸਟੇਟ ਜਿਹੜੇ ਐਲਾਨ ਦਿਆਂਗਾ। 20 ਤੋਂ ਪਹਿਲਾਂ ਲੱਗਦਾ ਕਿ ਉਹਨਾਂ ਨੇ ਸਾਰੇ ਆਪਣੇ ਅਹੁਦੇ ਜਿਹੜੇ ਉਹ ਉਹਨਾਂ ਹੱਥ ਦੇਣੇ ਹੈ। ਤੇ ਖਾਸ ਕਰਕੇ ਹੁਣ ਜਿਹੜੇ ਇਹ ਅਹੁਦੇ ਦਿੱਤੇ ਜਾ ਰਹੇ ਨਾ, ਇਹਦੀ ਖਾਸ ਗੱਲ ਇਹ ਆ ਰਹੀ ਹੈ, ਜਿਹੜੇ ਬੰਦੇ ਨੂੰ ਦਿੱਤੇ ਜਾ ਰਹੇ ਹੈ ਉਹ ਆਪਣੇ ਉਸ ਵਿਭਾਗ ਦੇ ਉਸ ਕਿੱਤੇ ਦੇ ਬਹੁਤ ਮਾਹਰ ਬੰਦੇ, ਜਿਹੜੇ ਪਿਛਲੇ ਲੰਬੇ ਸਮੇਂ ਤੋਂ ਜਿਵੇਂ ਡਿਪਲੋਮੈਟ ਕਿਹੜਾ ਉਹਨੂੰ ਵਿਦੇਸ਼ ਦਾ ਸੰਭਾਲਿਆ ਜਾਂਦਾ, ਬਹੁਤ ਜ਼ਿਆਦਾ ਕਹਿ ਸਕਦੇ ਐਕਸਪੀਰੀਅੰਸ ਬਣਦੇ ਆ ਨਾ, ਉਹਨੂੰ ਅੱਗੇ ਲਿਆਂਦਾ ਜਾ ਰਿਹਾ ਹੈ। ਜੀ ਜੀ। ਮੈਨੂੰ ਲੱਗਦਾ ਕਿ ਇਹ ਡੈਮੋਕ੍ਰੇਟਸ ਦੀ ਜਿਹੜੀ ਪਹਿਲਾਂ ਵੀ ਰਹੇਗਾ ਤੇ ਹੁਣ ਫਿਰ ਜੋ ਬਾਈਡਨ ਇਹ ਦਿਖਾ ਰਿਹਾ ਹੈ ਕਿ ਅਸਲ 'ਚ ਅਮਰੀਕਾ ਨੂੰ ਲੋੜ ਇਸ ਤਰ੍ਹਾਂ ਦੀ ਨਹੀਂ, ਧੱਕੜਸ਼ਾਹ ਨੀਤੀਆਂ ਦੀ ਨਹੀਂ ਜੀ। ਜੋ ਸੂਝਵਾਨ ਤੇ ਸੁਲਝੇ ਹੋਏ ਤਜਰਬਾਕਾਰ ਵਿਅਕਤੀਆਂ ਨੂੰ ਅੱਗੇ ਲਿਆ ਕੇ ਆਪਣੀ ਚੰਗੀਆਂ ਨੀਤੀਆਂ ਦਿਖਾਉਣ ਦੀਆਂ, ਜਿਹਦੇ ਨਾਲ ਦੁਨੀਆ ਭਰ 'ਚ ਉਹਨਾਂ ਦਾ ਪ੍ਰਭਾਵ ਜਿਹੜਾ ਉਹ ਵੱਧ ਸਕੇ। ਇਸ ਪੱਖੋਂ ਲੱਗਦਾ ਕਿ ਜੋ ਬਾਈਡਨ ਜੋ ਪਹਿਲੇ ਸਟੈਪ ਚੁੱਕ ਰਹੇ ਨਾ ਉਹ ਬੜੇ ਉਹਨਾਂ ਦੇ ਕਾਰਗਰ ਹੈ। ਔਰ ਪਿਛਲੇ 4 ਸਾਲਾਂ 'ਚ ਜਿੰਨੀ ਕਿਰਕਰੀ ਹੋਈ ਹੈ ਅਮਰੀਕਾ ਦੀ ਟਰੰਪ ਕਰਕੇ, ਮੇਰੇ ਖਿਆਲ 'ਚ ਉਹਨੂੰ ਦੂਰ ਕਰਨ ਲਈ ਉਹ ਹੁਣੇ ਤੋਂ ਯਤਨ ਸ਼ੁਰੂ ਕਰ ਰਹੇ। ਬਿਲਕੁਲ ਠੀਕ ਹੈ ਜੀ। ਜੋ ਬਾਈਡਨ ਜਿਹੜੇ ਇੱਕ ਬੜੇ ਸੁਲਝੇ ਹੋਏ ਸਿਆਸਤਦਾਨ ਆ, ਬੜੇ ਲੰਬੇ ਸਮੇਂ ਤੋਂ ਅਮਰੀਕਾ ਦੀ ਜਿਹੜੀ ਸਿਆਸਤ 'ਚ ਉਹ ਇਹ ਕਰ ਰਹੇ ਕੰਮ, ਕਿਉਂਕਿ ਇਹ ਵਾਈਸ ਪ੍ਰੈਜ਼ੀਡੈਂਟ ਵੀ ਰਹੇ ਆ ਓਬਾਮਾ ਪ੍ਰਸ਼ਾਸਨ ਵੇਲੇ ਵੀ, ਦੋ ਵਾਰ ਰਹੇ ਨਾ। ਹਾਂਜੀ ਹਾਂਜੀ। ਤੇ ਉਸ ਕਰਕੇ ਇਹਨਾਂ ਦਾ ਐਕਸਪੀਰੀਅੰਸ ਵੀ ਬਹੁਤ ਆ ਤੇ ਬੜੇ ਨਰਮੇ ਵਾਲੇ ਬੰਦੇ ਆ, ਕਿਉਂਕਿ ਟਰੰਪ ਦੀ ਜਿਹੜੀ ਇੱਕ ਆਪਣੀ ਸ਼ਖਸੀਅਤ ਸੀ, ਉਹਨਾਂ ਦਾ ਸਟਾਈਲ ਜਿਹੜਾ ਸੀਗਾ ਉਹ ਆਪਣਾ ਸੀਗਾ, ਤੇ ਉਸ ਕਰਕੇ ਤੇ ਮਤਲਬ ਉਹਨਾਂ ਦਾ ਜਿਹੜਾ ਰਾਜ ਕਰਨ ਦਾ ਜਾਂ ਜਿੰਨਾ ਚਿਰ ਉਹ ਗੱਦੀ ਤੇ ਰਹੇ ਟਰੰਪ ਦਾ ਨਾਲ ਕਹਿੰਦੇ ਆ ਕਿ ਉਹ ਸਾਡੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਜਿਹੜੇ ਬਿਲਕੁਲ ਇਹ ਦੋਵੇਂ ਜੁੜਵੇਂ ਭਰਾ ਸਮਝ ਜਾਂਦੇ ਆ, ਕਜ਼ਨ ਬ੍ਰਦਰ ਕਹਿੰਦੇ ਇਹਨਾਂ ਨੂੰ। ਠੀਕ ਹੈ। ਜਿਹਦੇ ਕਰਕੇ ਜਿਵੇਂ ਉਹਨਾਂ ਨੇ ਆਪ ਉਹਦੇ ਢੰਗ ਨਾਲ ਧੱਕੜਸ਼ਾਹੀ ਜਾਂ ਕਹਿੰਦੀ ਹੁੜਮਤ ਵਰਤਣ ਦੀ ਯਤਨ ਕੀਤਾ ਹੈ ਜੀ। ਕਿਉਂਕਿ ਜਦੋਂ ਇੰਡੀਆ ਦੌਰਾ ਕੀਤਾ ਇਹਨਾਂ ਨੇ, ਟਰੰਪ ਸਾਹਿਬ ਨੇ, ਸਾਡੇ ਪ੍ਰੈਜ਼ੀਡੈਂਟ, ਤੇ ਉਹਨਾਂ ਨੇ ਕਾਫੀ ਜੱਫੀਆਂ ਪਾਈਆਂ ਮੋਦੀ ਸਾਹਿਬ ਨੇ ਤੇ ਟਰੰਪ ਸਾਹਿਬ ਨੇ, ਕਾਫੀ ਪਿਆਰ ਦਿਖਾਇਆ ਗਿਆ ਇਹਨਾਂ ਦਾ। ਟਰੰਪ ਨੂੰ ਵਿਸ਼ੇਸ਼ ਰੈੱਡ ਕਾਰਪੈਟ ਦਾ ਬਹੁਤ ਵੱਡਾ ਜਿਹੜਾ ਅੱਜ ਤੱਕ ਮਹਿਲ ਕਿਸੇ ਰਾਸ਼ਟਰਪਤੀ ਨੂੰ ਇਸ ਤਰ੍ਹਾਂ ਸਨਮਾਨ ਨਹੀਂ ਦਿੱਤਾ ਗਿਆ ਜਿੰਨਾ ਦਿੱਤਾ ਗਿਆ ਉਦੋਂ। ਬਹੁਤ ਜ਼ਿਆਦਾ ਰੈੱਡ ਕਾਰਪੈਟ ਜਿਹੜਾ ਸਨਮਾਨ ਸੀਗਾ, ਚਾਹੇ ਉਹ ਅਹਿਮਦਾਬਾਦ ਆ ਚਾਹੇ ਕਿਸੇ ਹੋਰ ਥਾਂ ਤੇ ਆ, ਦਿੱਲੀ 'ਚ ਵੀ ਦੇਖਿਆ। ਬਿਲਕੁਲ। ਤੇ ਇਹ ਤਾਂ ਬਹੁਤ ਜ਼ਿਆਦਾ ਮਤਲਬ ਇਹਦਾ ਪਿਆਰ ਆ, ਤੇ ਉਹਨਾਂ ਦੀ ਜਿਹੜੀ ਨੇਚਰ ਵੀ ਆ, ਕਹਿ ਸਕਦੇ ਆ ਜੋ ਦਿਲ 'ਚ ਆਇਆ ਉਹ ਲੋਕਾਂ ਤੇ ਥੋਪਣਾ ਕਹਿ ਸਕਦੇ ਆ। ਜੇ ਕਾਨੂੰਨ ਜਿਹੜਾ ਦਿਲ 'ਚ ਆ ਗਿਆ ਕਰ ਲੈਣਾ, ਚਾਹੇ ਉਹ ਕਿਸੇ ਕਮਿਊਨਿਟੀ ਦੇ ਖਿਲਾਫ ਹੈ ਚਾਹੇ ਕਿਸੇ ਦੇ ਵੀ ਖਿਲਾਫ ਆ, ਉਹ ਪਰਵਾਹ ਨਹੀਂ ਕਰਦੇ। ਹਾਂ। ਤੇ ਹੁਣ ਜੇ ਦੇਖਿਆ ਜਾਵੇ ਤੇ ਪਿੱਛੇ ਜੇ ਕਾਫੀ ਮੈਂ ਜਿਵੇਂ ਅਮਰੀਕਾ 'ਚ ਹੁੰਨਾ ਤੇ ਉਸ ਕਰਕੇ ਅੱਖੀ ਦੇਖਿਆ ਪ੍ਰੋਟੈਸਟ ਵੀ ਹੋਏ ਆ ਟਰੰਪ ਦੇ ਬੰਦਿਆਂ ਨੇ ਵੀ, ਈਵਨ ਉਹਦੇ ਜਿਹੜੇ ਸਪੋਰਟਰ ਆ ਉਹਨਾਂ ਨੇ ਬਹੁਤ ਸਾਰੇ ਪ੍ਰੋਟੈਸਟ ਵੀ ਕੀਤੇ ਕਿ ਇਹ ਜਿਹੜਾ ਟਰੰਪ ਹਾਰਿਆ ਨਹੀਂ, ਉਹ ਮੰਨਣ ਨੂੰ ਤਿਆਰ ਨਹੀਂ ਸੀ। ਜੇ ਟਰੰਪ ਨਹੀਂ ਤਿਆਰ ਸੀ, ਉਹਦੇ ਜਿਹੜੇ ਹਮਾਇਤੀ ਸੀ ਉਹ ਵੀ ਨਹੀਂ ਤਿਆਰ ਹੋਏ ਵੀ ਇਹ ਸ਼ਾਇਦ ਨਹੀਂ। ਉਹ ਤਾਂ ਫਿਰ ਦੁੱਖ ਕੁਦਰਤੀ ਹੈ, ਜਦੋਂ ਲੀਡਰ ਕੋਈ ਗੱਲ ਕਹਿ ਰਿਹਾ ਪਹਿਲੀ ਵਾਰੀ ਹੋਇਆ, ਕਹਿਣ ਦਾ ਗੱਲ ਹੈ ਪਹਿਲੀ ਵਾਰੀ, ਥੱਲੇ ਵਾਲੇ ਹੋਣੇ ਹੈਗਾ, ਕਦੇ ਨਹੀਂ ਹੋਇਆ ਜੀ। ਹਾਂਜੀ ਹਾਂ। ਇਸ ਨਾਲ ਦੇਖੋ ਇੱਕ ਤਾਂ ਹੈਗਾ ਜੋ ਬਾਈਡਨ ਨੇ ਜਿੱਤਣ ਦਾ ਜਿਹਦੇ ਪਹਿਲੇ ਦਿਨ ਐਲਾਨ ਹੋਇਆ, ਵੋਟਾਂ ਦਾ ਐਲਾਨ ਹੋਇਆ, ਉਸ ਦਿਨ ਪਹਿਲਾਂ ਉਹਨਾਂ ਨੇ ਸਪੀਚ ਕੀਤੀ ਜਿਹੜੀ ਉਹ ਇਹ ਸੀ ਕਿ ਮੈਂ ਦੇਸ਼ ਨੂੰ ਵੰਡਣ ਲਈ ਨਹੀਂ, ਇਕੱਠੇ ਕਰਨ ਲਈ ਆਇਆਗਾ, ਇਹਨੂੰ ਜੋੜਨਾ ਹੈ। ਪਿਛਲੇ 4 ਸਾਲਾਂ 'ਚ ਇਹੋ ਜਿਹੀਆਂ ਗੱਲਾਂ ਹੋਈਆਂ ਜਿਨ੍ਹਾਂ ਨੇ ਉੱਥੇ ਦੇਸ਼
ਬਣ ਦਿੱਤਾ ਹੈ, ਬਿਲਕੁਲ ਲੋਕੀ ਤੋੜ ਦਿੱਤੇ ਹੈਗੇ। ਬਿਲਕੁਲ ਹੁਣ ਇਹ ਵੱਡੀ ਵੱਡੀ ਚੁਣੌਤੀ ਹੈ ਬਾਈਡਨ ਸਾਹਮਣੇ ਕਿ ਉਹ ਦੇਸ਼ ਨੂੰ ਜੋੜਦੇ ਕਿੱਦਾਂ ਨੇ, ਜਾਂ ਜਿਵੇਂ ਦੂਜਾ ਕਹੀਏ ਕਿ ਜਿਸ ਤਰ੍ਹਾਂ ਦੀਆਂ ਮੂੜਮੱਤੀ ਜਾਂ ਆਪ ਹੁਦਰਾ ਕਾਰਵਾਈਆਂ ਕੀਤੀਆਂ ਟਰੰਪ ਨੇ ਜਾਂ ਫੈਸਲੇ ਕੀਤੇ, ਨੀਤੀਆਂ ਲਿਆਂਦੀਆਂ, ਉਹਨਾਂ ਨੇ ਜੋ ਅਮਰੀਕਾ ਦਾ ਇੰਟਰਨੈਸ਼ਨਲ ਲੈਵਲ ਤੇ ਅੰਦਰੂਨੀ ਤੌਰ ਤੇ ਅਮਰੀਕਾ ਦੇ ਅੰਦਰ ਜੋ ਨੁਕਸਾਨ ਪਹੁੰਚਾਇਆ ਉਸ ਨੂੰ ਪੂਰਾ ਕਰਨਾ ਇਹ ਸਭ ਤੋਂ ਵੱਡੀ ਚੁਣੌਤੀ ਹੈ ਇਸ ਵੇਲੇ ਬਾਈਡਨ ਦੀ। ਜੀ ਬਿਲਕੁਲ। ਉਹਦੇ 'ਚ ਮੈਂ ਸਮਝਦਾ ਤੇ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਜਿਹੜਾ ਅੰਦਰੂਨੀ ਤੌਰ ਤੇ ਦੁਨੀਆ ਭਰ 'ਚ ਇੱਕ ਕਰੋਨਾ ਵਾਇਰਸ ਦਾ ਦੌਰ ਆਇਆ ਜਾਂ ਕਹਿ ਪ੍ਰਕੋਪ ਸੀ, ਜਿਹੜਾ ਹੁਣ ਫੇਰ ਉੱਭਰ ਹੈਗਾ ਪੂਰੀ ਦੁਨੀਆ 'ਚ, ਅਮਰੀਕਾ 'ਚ ਵੀ। ਇਹ ਅਮਰੀਕਾ 'ਚ ਬਹੁਤ ਵੱਡੀ ਸਮੱਸਿਆ ਬਣ ਗਿਆ ਇਸ ਵੇਲੇ। ਟਰੰਪ ਨੇ ਇਹਦੇ ਪ੍ਰਤੀ ਬੜਾ ਅਵੇਸਲਾਪਨ ਦਿਖਾਇਆ, ਲਾਪਰਵਾਹ ਵਜ਼ੀਰਾ ਰੱਖਿਆ, ਖੁਦ ਆਪ ਵੀ ਨਾ ਮਾਸਕ ਪਹਿਨਿਆ, ਨਾ ਸਮਾਜਿਕ ਦੂਰੀ ਦਾ ਕੋਈ ਕਦੇ ਯਤਨ ਕੀਤਾ, ਤੇ ਇਹਦੇ 'ਚ ਇੱਦਾਂ ਦਿਖਾਇਆ ਕਿ ਸਾਰਾ ਜ਼ੋਰ ਲੱਗਿਆ ਰਿਹਾ ਵੀ ਇਹ ਤਾਂ ਚੀਨ ਦੀ ਸਾਜ਼ਿਸ਼ ਹੈ। ਬਸ ਉਹ ਚੀਨ ਦੀ ਸਾਜ਼ਿਸ਼ ਕਰਕੇ ਉਹਨੇ ਸਾਰੀ ਚੀਨ ਦੀ ਘੇਰਾਬੰਦੀ ਕਰਨ ਲਈ ਉਹਦੇ ਖਿਲਾਫ ਪ੍ਰਾਪੇਗੈਂਡਾ ਤੇ ਜ਼ੋਰ ਦਿੱਤਾ। ਵੱਡੀ ਗੱਲ ਤਾਂ ਇਹ ਵੀ ਚੀਨ 'ਚ ਤਾਂ ਕੰਟਰੋਲ ਹੋ ਗਿਆ। ਹਾਂਜੀ ਹਾਂ, ਉਹਨਾਂ ਦੀ ਆਪਣੀ ਨੀਤੀ ਦੀ ਗੱਲ ਕਰਦਾ ਮੈਂ। ਉਸਨੇ ਕੀ ਕੀਤਾ, ਉਸ ਨੀਤੀ ਨਾਲ ਉਹ WHO ਅਮਰੀਕਾ ਬਾਹਰ ਹੋ ਗਿਆ। ਹਾਲਾਂਕਿ ਕਿੱਡੀ ਵੱਡੀ ਵਪਾਰਕ ਸੰਸਥਾ ਇਹ WHO, ਦੁਨੀਆ ਭਰ 'ਚ ਜਿਹੜੀਆਂ ਅਮਰੀਕਨ ਵੱਡੀਆਂ ਦਵਾਈ ਕੰਪਨੀਆਂ ਹੈ ਉਹ WHO ਰਾਹੀਂ ਵੱਡਾ ਵਪਾਰ ਕਰਦੀਆਂ ਸੀਗੀਆਂ, ਔਰ ਦੁਨੀਆ ਸਮਝਦੀ ਸੀ ਕਿ WHO ਜਿਹੜਾ ਉਹ ਅਮਰੀਕੀ ਕੰਪਨੀ ਦੇ ਪ੍ਰਭਾਵ ਹੇਠ ਕੰਮ ਕਰਦੀ ਹੈ। ਹੁਣ ਐਡੀ ਵੱਡੀ ਸੰਸਥਾ 'ਚੋਂ ਅਮਰੀਕਾ ਦਾ ਬਾਹਰ ਹੋ ਜਾਣਾ ਇਹ ਆਪਣੇ ਆਪ 'ਚ ਹੀ ਬੜੀ ਵੱਡੀ ਗੱਲ ਹੈਗੀ ਕਿ ਅਮਰੀਕਾ ਜਿਹੜਾ ਖੁਦ ਇਹਨਾਂ ਸੰਸਥਾਵਾਂ ਨੂੰ ਸਿਰਜਣ ਵਾਲਾ ਸੀਗਾ, ਉਹ ਹੁਣ ਬਾਹਰ ਹੋਇਆ ਹੋਵੇ ਤੇ ਚੀਨ ਤੇ ਦੂਜੇ ਦੇਸ਼ ਉਹਦੇ ਅੰਦਰ ਹੋਣ, ਇਹ ਉਹਨਾਂ ਲਈ ਬੜੀ ਵੱਡੀ ਗੱਲ ਸੀ। ਤੇ ਹੁਣ ਇਹ ਚੁਣੌਤੀ ਵੀ ਸੀ ਬਾਈਡਨ ਲਈ। ਜੀ ਬਿਲਕੁਲ। ਪਰ ਬਾਈਡਨ ਨੇ ਕਰਦੇ ਆ ਜੀ ਚੁਣੌਤੀ ਬਾਰੇ ਥੋੜੀ ਜਿਹੀ ਗੱਲ ਕਰਦੇ ਆ। ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬ ਚਰਚਾ ਪ੍ਰੋਗਰਾਮ। ਬ੍ਰੇਕ ਦਾ ਸਮਾਂ ਹੋ ਚੁੱਕਾ, ਗੱਲਬਾਤ ਚੱਲ ਰਹੀ ਆ ਮੇਜਰ ਸਿੰਘ ਹੋਰਾਂ ਨਾਲ ਅਮਰੀਕਾ ਦੀ ਸਿਆਸਤ ਬਾਰੇ। ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਦੁਨੀਆ ਨੂੰ ਜਾਣੋ ਪੰਜਾਬ ਮੇਲ USA ਚੈਨਲ ਦੇ ਨਾਲ। ਸੰਸਾਰ ਭਰ ਦੀਆਂ ਖਬਰਾਂ ਜਾਣਨ ਲਈ, ਖਬਰਾਂ ਦੀ ਡੂੰਘਾਈ ਤੱਕ ਪਹੁੰਚਣ ਲਈ ਰੋਜ਼ ਵੇਖੋ ਪੰਜਾਬ ਮੇਲ ਅਖਬਾਰਨਾਮਾ। ਸਿਰਫ ਪੰਜਾਬ ਮੇਲ USA ਚੈਨਲ ਤੇ। ਪੰਜਾਬ ਚਰਚਾ ਪ੍ਰੋਗਰਾਮ ਵਿੱਚ ਇੱਕ ਵਾਰੀ ਫੇਰ ਆਪ ਸਭ ਦਾ ਸਵਾਗਤ। ਗੱਲਬਾਤ ਚੱਲ ਰਹੀ ਹੈ ਜੀ ਮੇਜਰ ਸਿੰਘ ਹੋਰਾਂ ਨਾਲ, ਜਿਹੜੇ ਇੱਕ ਸੀਨੀਅਰ ਪੱਤਰਕਾਰ ਆ, ਬੜੀ ਮਹਾਰਤ ਰੱਖਦੇ ਆ ਦੇਸ਼ਾਂ ਵਿਦੇਸ਼ਾਂ ਦੀ ਸਿਆਸਤ ਵਿੱਚ। ਵਿਸ਼ੇਸ਼ ਤੌਰ 'ਤੇ ਇਹਨਾਂ ਨੂੰ ਸਟੂਡੀਓ ਵਿੱਚ ਅੱਜ ਸੱਦਾ ਦਿੱਤਾ ਤੇ ਗੱਲਬਾਤ ਚੱਲ ਰਹੀ ਆ ਅਮਰੀਕਾ ਦੇ ਮੌਜੂਦਾ ਰਾਜਨੀਤੀ ਬਾਰੇ। ਆਪਾਂ ਗੱਲਬਾਤ ਕਰ ਰਹੇ ਸੀਗੇ ਜਿਹੜੀ ਜੋ ਬਾਈਡਨ ਹੁਣ ਨਵੇਂ ਰਾਸ਼ਟਰਪਤੀ ਦੇ ਤੌਰ 'ਤੇ ਅਮਰੀਕਾ ਦਾ ਜਿਹੜੀ ਸਿਆਸਤ ਆ ਉਹ ਅਗਲੇ ਰਾਸ਼ਟਰਪਤੀ ਹੋਣਗੇ। ਇਹਨਾਂ ਕੋਲ ਚੁਣੌਤੀਆਂ ਵੀ ਬਹੁਤ ਹੋਣਗੀਆਂ ਜਦੋਂ ਆਉਣਗੇ। ਇਹ ਸੌਖਾ ਕੰਮ ਨਹੀਂ, ਜਿਵੇਂ ਤੁਸੀਂ ਬ੍ਰੇਕ ਤੋਂ ਪਹਿਲਾਂ ਵੀ ਦੱਸਿਆ ਕਿ ਅੱਜ ਕਰੋਨਾ ਦੀ ਮਹਾਮਾਰੀ ਗੱਲ ਕਰ ਰਿਹਾ ਸੀ ਕਿ ਇਸ ਵੇਲੇ ਨਾ ਇੱਕ ਵੱਡੀ ਚੁਣੌਤੀ ਫੇਰ ਉੱਭਰ ਗਈ ਵੀ ਕਰੋਨਾ ਨੂੰ ਕਿਵੇਂ ਕਾਬੂ ਕੀਤਾ ਜਾਵੇ ਜਾਂ ਉਹ ਤੋਂ ਬਚਾਅ ਕਿਵੇਂ ਕੀਤਾ ਜਾਵੇ, ਉਹਦੇ ਲਈ ਕਿਸ ਤਰ੍ਹਾਂ ਦੇ ਯਤਨ ਕੀਤੇ ਜਾਣ। ਹੁਣ ਕਿਉਂਕਿ ਇਸ ਵੇਲੇ ਹਾਲਾਤ ਇਹ ਹੈ ਕਿ ਅਜੇ ਉੱਥੇ ਬਾਈਡਨ ਨੇ ਸਹੁੰ ਚੁੱਕਣੀ ਹੈ 1 ਮਹੀਨੇ ਤੋਂ ਬਾਅਦ, ਪੌਣੇ 2 ਮਹੀਨੇ ਪੈ ਗਏ ਜੀ। ਪਰ ਕਰੋਨਾ ਦਾ ਪ੍ਰਕੋਪ ਬਹੁਤ ਤੇਜ਼ੀ ਨਾਲ ਵੱਧ ਰਿਹਾ। ਹੁਣ ਉੱਥੇ ਇੱਕ ਦੂਜੇ ਪਾਸੇ ਇਹ ਹੈ ਕਿ ਬਾਈਡਨ ਉਹਨਾਂ ਨੂੰ ਇਸ ਲਈ ਕੋਈ ਖੁੱਲ੍ਹ ਦੇਣ ਨੂੰ ਤਿਆਰ ਨਹੀਂ ਕਿ ਉਹ ਆਪਣਾ ਕੋਈ ਨੀਤੀ ਬਣਾ ਸਕਣ, ਲਾਗੂ ਕਰ ਸਕਣ। ਆਪ ਉਹਦੇ ਕੋਈ ਜਿਹਨੇ ਟਰੰਪ ਨੇ ਨਹੀਂ ਕੀਤੇ, ਨਾ ਉਹ ਲੱਗਦਾ ਉਹਦੀ ਨੀਤ ਕਰਨੀ ਵੀ ਨਹੀਂ। ਹੁਣ ਸਵਾਲ ਇਹ ਹੈ ਕਿ ਇਸ ਵੇਲੇ ਇੱਕ ਦਿਨ ਵੀ ਬੜਾ ਮੁਸ਼ਕਿਲ ਹੈਗਾ ਉੱਥੇ। ਹਰ ਦਿਨ ਜਿਹੜਾ ਲੰਘਦਾ ਹੈ ਉਦੋਂ ਦੂਜਾ ਦਿਨ ਹੋਰ ਵੱਡੀ ਸਮੱਸਿਆ ਪੈਦਾ ਕਰ ਰਿਹਾ ਹੈ, ਤੀਸਰਾ ਦਿਨ ਹੋਰ। ਜਿਵੇਂ ਆਹ ਪਿਛਲਾ ਹਫ਼ਤਾ ਦੇਖੀ ਸੀ, ਪਿਛਲੇ 1 ਹਫ਼ਤੇ 'ਚ ਲਗਾਤਾਰ ਉੱਥੇ ਕੇਸਾਂ 'ਚ ਮੌਤਾਂ 'ਚ ਜਿਹੜਾ ਉਹ ਵਾਧਾ ਹੋਇਆ। ਹੁਣ ਇਹ ਵਾਧਾ ਤੇ ਬੜੀ ਵੱਡੀ ਚਿੰਤਾ ਦਾ ਵਿਸ਼ਾ ਹੈ ਤੇ ਇਹ ਬਾਈਡਨ ਜਿਹੜੀ ਪ੍ਰਸ਼ਾਸਨ ਹੈ ਨਾ ਉਹਦੇ ਲਈ ਵੀ ਬੜਾ ਵੱਡਾ ਇੱਕ ਮਸਲਾ ਬਣ ਗਿਆ ਕਿ ਪੌਣੇ 2 ਮਹੀਨੇ ਬਾਅਦ ਉਹਨਾਂ ਨੇ ਸਹੁੰ ਚੁੱਕਣੀ ਹੈ। ਉਦੋਂ ਬਾਅਦ ਬਾਗਡੋਰ ਸੰਭਾਲ ਕੇ ਉਹ ਕੰਮ ਸ਼ੁਰੂ ਕਰਨਗੇ ਤੇ ਉਦੋਂ ਤੱਕ ਕੀ ਅਮਰੀਕਾ ਨੂੰ ਇਸੇ ਤਰ੍ਹਾਂ ਲਾਵਾਰ ਛੱਡਿਆ ਜਾਊਗਾ? ਪਰ ਹੋ ਸਕਦਾ ਕਿ ਉਦੋਂ ਤੱਕ ਕੋਈ ਜਿਵੇਂ ਕਿ WHO ਦੀ ਵੀ ਹੁਣ ਆ ਰਿਹਾ ਕਿ ਵੈਕਸੀਨ ਜਿਹੜੀ ਆ ਉਹ ਜਲਦੀ ਤੋਂ ਜਲਦ ਜਿਹੜਾ WHO 'ਚ ਸ਼ਾਮਲ ਹੋਣ ਦਾ ਤਾਂ ਵੈਸੇ ਟਰੰਪ ਸਾਹਿਬ ਨੇ ਪਹਿਲਾਂ ਹੀ ਉਹਨਾਂ ਨੂੰ ਬਾਈਡਨ ਨੇ ਕਹਿ ਦਿੱਤਾ ਕਿ ਅਸੀਂ ਸ਼ਾਮਲ ਹੋਵਾਂਗੇ। ਪਰ ਮਸਲਾ ਇਹ ਹੈ ਕਿ ਜਦੋਂ ਤੱਕ ਬਾਈਡਨ ਸਹੁੰ ਨਹੀਂ ਚੁੱਕਦਾ ਉਦੋਂ ਤੱਕ ਉਹਦਾ ਹੁਕਮ ਨਹੀਂ ਚੱਲਦਾ ਉੱਥੇ। ਬਿਲਕੁਲ ਹੁਕਮ ਉਦੋਂ ਚੱਲਣਾ ਸ਼ੁਰੂ ਹੋਊ ਜਿੱਦਾਂ ਸਹੁੰ ਚੁੱਕ ਕੇ ਉਹ ਗੱਦੀ ਤੇ ਬੈਠ ਜਾਊ। ਬਿਲਕੁਲ ਇਹ ਹੈ ਕਿ ਹੁਣ ਉਹ ਸਿਰਫ ਬਿਆਨ ਦੇ ਸਕਦਾ, ਆਪਣੀ ਪਾਲਿਸੀ ਮੈਟਰ ਦੱਸ ਸਕਦਾ ਹੈ ਕਿ ਅਸੀਂ ਇੱਦਾਂ ਕਰਾਂਗੇ ਇੱਦਾਂ ਕਰਾਂਗੇ।
ਹੁਣ WHO ਅਮਰੀਕਾ 'ਚ ਉਦੋਂ ਤੱਕ ਨਹੀਂ ਕੋਈ ਕਾਰਵਾਈ ਕਰ ਸਕਦੀ ਜੀ ਜਦੋਂ ਤੱਕ ਅਮਰੀਕਾ ਨੂੰ ਇਜਾਜ਼ਤ ਨਹੀਂ ਦਿੰਦਾ, ਐਗਜ਼ੈਕਟ ਟਰੰਪ ਨੂੰ ਇਜਾਜ਼ਤ ਨਹੀਂ ਦੇ ਰਿਹਾ। ਹੁਣ ਬਿਲਕੁਲ। ਮਸਲਾ ਇੱਥੇ ਖੜਾ ਹਾਲ 'ਚ। ਬਿਲਕੁਲ। ਅੱਛਾ, ਚੁਣੌਤੀਆਂ ਦੀ ਆਪਾਂ ਗੱਲਬਾਤ ਕਰ ਰਹੇ ਹਾਂ। ਹਾਂਜੀ, ਹਾਂਜੀ। ਚੁਣੌਤੀਆਂ 'ਚ ਸਭ ਤੋਂ ਵੱਡੀ ਜਿਹੜੀ ਚੁਣੌਤੀ ਆ ਜੀ ਉਹ ਤੇ ਕਰੋਨਾ ਜੀ, ਜਿਸ ਤਰ੍ਹਾਂ ਜੀ। ਮਹਾਮਾਰੀ ਹੈ, ਉਹ ਆਪਾਂ ਡਿਸਕਸ ਕੀਤਾ ਹੁਣੇ। ਇਸ ਦੇ ਨਾਲ ਨਾਲ ਜਿਹੜੇ ਬਹੁਤ ਸਾਰੇ ਲੋਕ ਇਹੋ ਜਿਹੇ ਆ ਜਿਹੜੇ ਇਮੀਗ੍ਰੇਸ਼ਨਸ ਜਿਨ੍ਹਾਂ ਤੇ ਪਾਬੰਦੀਆਂ ਲੱਗੀਆਂ, ਜੀ, ਉਹ ਜੀ। ਨਵੇਂ ਜਿਹੜੀ ਪਾਲਿਸੀਜ਼ ਲੈ ਕੇ ਆ ਰਹੇ ਜੋ ਬਾਈਡਨ। ਬਿਲਕੁਲ ਠੀਕ ਹੈ ਤੁਹਾਡੀ ਗੱਲ, ਕਿਉਂਕਿ ਉੱਥੇ ਪਿਛਲੇ 4 ਸਾਲ ਟਰੰਪ ਦਾ ਸਾਰਾ ਜ਼ੋਰ ਅਮਰੀਕੀਆਂ ਲਈ ਦੇ ਨਾਅਰੇ ਉੱਤੇ ਲੱਗਿਆ। ਉਹਨੇ ਬਾਹਰੋਂ ਜਿੰਨੇ ਵੀ ਇਮੀਗ੍ਰੇਟਸ ਆ ਰਹੇ ਸੀ ਬਹੁਤਾਂ ਦਾ ਰਸਤਾ ਹੀ ਬੰਦ ਕਰਤਾ। ਜਿਹੜੇ ਉੱਥੇ ਗਏ ਸੀ ਉਹਨਾਂ ਦੇ ਵੀ ਸਕੰਜਾ ਕਿਸੇ ਜਿਹੜੇ ਉੱਥੇ ਇਲੀਗਲ ਰਹਿ ਰਹੇ ਸੀ ਉਹਨਾਂ ਨੂੰ ਪੱਕੇ ਹੋਣ ਦੇ ਰਸਤੇ ਹੀ ਬੰਦ ਕਰ ਦਿੱਤੇ ਸੀਗੇ। ਜਾਂ ਜਿਹੜੇ ਇੱਥੋਂ ਤੱਕ ਗ੍ਰੀਨ ਕਾਰਡ ਹੋਲਡਰ ਹੈਗੇ, ਉਹ ਉੱਥੇ 8 ਲੱਖ ਲੋਕ ਹੈ ਜਿਹੜੇ ਅਜੇ ਉਡੀਕ 'ਚ ਖੜੇ ਆ ਜੀ, ਜੀ। ਪੱਕੇ ਹੋਣ ਦੀ। ਇਹ ਬਹੁਤ ਵੱਡੀ ਗਿਣਤੀ ਹੈ, ਬਹੁਤ ਵੱਡੀ ਹੈ ਜੀ। ਜਿਨ੍ਹਾਂ 'ਚੋਂ 3.25 ਲੱਖ ਬੰਦਾ ਕੰਮ ਵੀ ਕਰ ਰਿਹਾ ਆਲਰੇਡੀ, ਪਰ ਉਹਨਾਂ ਨੂੰ ਫਿਰ ਵੀ ਉਹ ਪੱਕਾ ਨਹੀਂ ਕੀਤਾ ਜਾ ਰਿਹਾ। ਜੀ ਜੀ। ਹੁਣ ਇਸ ਤਰ੍ਹਾਂ ਹੀ ਦੂਸਰੇ ਹੋਰ ਬਹੁਤ ਸਾਰੇ ਲੋਕ ਹੈ, ਜਿਵੇਂ 5 ਲੱਖ ਦੇ ਕਰੀਬ ਭਾਰਤੀ ਹੈਗੇ, ਜਿਨ੍ਹਾਂ ਨੂੰ ਉੱਥੇ ਕਾਗਜ਼ ਨਾ ਹੋਣ ਕਰਕੇ ਜਾਂ ਹੋਰ ਕਿਸੇ ਨਾ ਕਿਸੇ ਕਰਕੇ ਨਹੀਂ ਪੱਕਾ ਹੋਣ ਦਾ ਇਜਾਜ਼ਤ ਮਿਲ ਰਹੀ। ਬਿਲਕੁਲ। ਹੁਣ ਇਹ ਹਾਲਾਤ ਹੈ ਇਸ ਨੇ ਬੜੀ ਉੱਥੇ ਡਿਬੇਟ ਕੀਤੀ ਚੋਣਾਂ ਦੇ ਵਿੱਚ ਵੀ। ਜੀ। ਟਰੰਪ ਮੰਨਣ ਨੂੰ ਤਿਆਰ ਨਹੀਂ ਸੀ, ਪਰ ਜੋ ਬਾਈਡਨ ਦਾ ਜੋ ਉਹਨੂੰ ਵਾਅਦਾ ਹੈ, ਉਹਨੇ ਵਾਅਦਾ ਕੀਤਾ ਸੀ ਕਿ ਅਸੀਂ ਆਪਣੀ ਜਿਹੜੀ ਇਮੀਗ੍ਰੇਸ਼ਨ ਨੀਤੀ ਹੈ ਉਸ ਨੂੰ ਉਦਾਰ ਕਰਾਂਗੇ, ਉਹਨੂੰ ਲਿਬਰਲਾਈਜ਼ ਕਰਾਂਗੇ। ਔਰ ਜਿਹੜੇ ਬਾਹਰੋਂ ਆਏ ਲੋਕ ਹੈ, ਜੇ ਸਾਨੂੰ ਲੋੜ ਹੈਗੀ ਅਸਲ 'ਚ, ਕਿਉਂਕਿ ਦੇਖਿਆ ਜਾਵੇ ਇਸ ਵੇਲੇ ਜਿੰਨੇ ਵੀ ਵੈਸਟਰਨ ਕੰਟਰੀ ਹੈ ਸਾਰਿਆਂ ਨੂੰ ਹੀ ਬਹੁਤ ਵੱਡੀ ਲੋੜ ਹੈ ਲੇਬਰ ਦੀ। ਜੀ। ਕੈਨੇਡਾ ਹੁਣੇ ਕਹਿ ਕੇ ਹਟਿਆ ਕਿ 1 ਸਾਲ 'ਚ ਅਸੀਂ 6 ਲੱਖ ਬੰਦਾ ਮੰਗਵਾਉਣਾ। ਬਿਲਕੁਲ। ਅਮਰੀਕਾ 'ਚ ਇਸ ਵੇਲੇ ਇਕੱਲੀ ਇਲੈਕਟ੍ਰੋਨਿਕ ਆਪਣੀ ਦੂਜੀ IT ਇੰਡਸਟਰੀ ਹੈ, ਜਿਹ 'ਚ 6 ਲੱਖ ਤੋਂ ਵੱਧ ਨੌਕਰੀਆਂ ਖਾਲੀ ਪਈਆਂ ਗਈਆਂ। ਜੀ। ਹੁਣ ਉੱਥੇ ਅਮਰੀਕਾ 'ਚ ਬੰਦੇ ਲੱਭ ਨਹੀਂ ਰਹੇ, ਤਾਂ ਹੁਣ ਜੇ ਤੁਸੀਂ ਬਾਹਰੋਂ ਲੈ ਕੇ ਜਾਣੀ ਤੇ ਕੰਮ ਕਿੱਦਾਂ ਚੱਲੂਗਾ? ਜੀ। ਇਸ ਤਰ੍ਹਾਂ ਹੋਰ ਬਹੁਤ ਸਾਰੇ ਮੁਲਕ ਹੈ, ਆਸਟ੍ਰੇਲੀਆ ਹੈਗਾ ਜਾਂ ਜੇ ਦੂਜੀ ਯੂਰਪੀਅਨ ਕੰਟਰੀ ਹੈ, ਸਾਰੇ ਹੀ ਇਮੀਗ੍ਰੇਸ਼ਨ ਨੂੰ ਬੜਾਵਾ ਦੇ ਰਹੇ ਸੀ। ਜੀ ਜੀ। ਜੇ ਟਰੰਪ ਨੇ ਜਿਸ ਤਰ੍ਹਾਂ ਕੀਤਾ ਸੀ ਅਮਰੀਕਾ 'ਚ, ਉਹਨੇ ਉੱਥੇ ਬੜਾ ਵੱਡਾ ਨੁਕਸਾਨ ਪਹੁੰਚਾਏਗਾ। ਜੀ। ਤੇ ਲੱਗਦਾ ਉਹਨੂੰ ਕਿ ਬਾਈਡਨ ਨੇ ਇੱਕ ਤਾਂ ਇਹ ਹੈਗਾ ਕਿ ਜਿਹੜੇ ਲੋਕ ਉੱਥੇ ਰਹਿ ਰਹੇ ਹੈ ਉਹਨਾਂ 'ਚ, ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ, ਜਿਵੇਂ ਸਪਾਊਜ ਹੈ, ਇੱਕ ਕੋਈ ਘਰ ਵਾਲਾ ਉੱਥੇ ਹੈ, ਉਹਦਾ ਪਰਿਵਾਰ ਬਾਹਰਲੇ ਮੁਲਕ 'ਚ ਹੈ, ਉਹਨਾਂ ਦੇ ਪਰਿਵਾਰਕ ਮਿਲਣ ਦਾ ਜਿਹੜਾ ਉਹ ਸਖਾਲਾ ਢੰਗ ਬਣਾਉਣਗੇ। ਇਹ ਉਹਨਾਂ ਦੇ ਸੰਕੇਤ ਵੀ ਆ ਕਿ ਵਾਅਦਾ ਵੀ ਕੀਤਾ ਉਹਨਾਂ ਨੇ। ਦੂਸਰਾ ਵੀ ਜਿਹੜੇ ਕਾਗਜ਼ਾਂ ਬਗੈਰ ਲੋਕ ਉੱਥੇ ਹੈਗੇ ਆ, ਉਹ ਕੋਈ 5 ਲੱਖ ਤੱਕ ਕਹਿੰਦੇ ਉਹਨਾਂ 'ਚ ਭਾਰਤੀ ਵੀ ਹੈ ਜੀ, ਉਹਨਾਂ ਨੂੰ ਪੱਕੇ ਕਰਨ ਦਾ ਵੀ ਉੱਥੇ ਇੰਤਜ਼ਾਮ ਕੀਤਾ ਜਾਊ। ਕਿਉਂਕਿ ਜਿਹੜੇ ਸਾਲਾਂ ਬੱਧੀ ਟੈਕਸ ਪੇ ਕਰ ਰਿਹਾ, ਕੰਮ ਵੀ ਉੱਥੇ ਕਰ ਰਿਹਾ, ਔਰ ਲਾ ਅਬੈਡਿੰਗ ਸਿਟੀਜ਼ਨ ਹੈ ਉੱਥੇ, ਉਹਨਾਂ ਨੂੰ ਮੇਰੇ ਖਿਆਲ 'ਚ ਇਹ ਨਹੀਂ ਆਉਣੀ ਦਿੱਕਤ ਕੋਈ। ਜੀ ਬਿਲਕੁਲ ਬਿਲਕੁਲ। ਹਾਂਜੀ। ਇਸ ਤਰ੍ਹਾਂ ਹੈਗਾ, ਜਿਵੇਂ ਬਹੁਤ ਸਾਰੀਆਂ ਚੁਣੌਤੀਆਂ ਤਾਂ ਹੈਗੀਆਂ ਜੀ ਜੀ, ਤੇ ਥੋੜਾ ਚਿਰ ਹੀ ਰਹਿ ਗਿਆ ਹੁਣ, ਤੇ ਜ਼ਿਆਦਾ ਚਿਰ ਹੈ ਨਹੀਂਗਾ। ਮੇਰਾ ਖਿਆਲ ਹੈ ਵੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਇਹ ਤਿਆਰ ਹੈਗੇ ਆ, ਕਿਉਂਕਿ ਇਹਨਾਂ ਕੋਲ ਪਾਲਿਸੀਜ਼ ਬਣੀਆਂ ਹੋਈਆਂ। ਜਿਹੜੀ ਇਹਨਾਂ ਨੇ ਮਿਨਿਸਟਰੀ ਵੀ ਲਈ ਆ, ਜਿਵੇਂ ਆਪਾਂ ਸੈਕਟਰੀ ਕਹਿੰਦੇ ਆ, ਉਹ ਸਾਰੇ ਸੁਲਝੇ ਹੋਏ ਬੰਦੇ ਆ। ਮੈਨੂੰ ਨਹੀਂ ਲੱਗਦਾ ਕਿ ਬਿਲਕੁਲ ਕੋਈ ਸ਼ੱਕ ਨਹੀਂ ਕਿ ਉਹਨਾਂ ਕੋਲੇ ਸੈਟ ਆਫ ਪਾਲਿਸੀਜ਼ ਆਲਰੇਡੀ ਹੈਗਾ। ਸਾਰਾ ਇਕਨੋਮੀ 'ਚ, ਇੰਟਰਨੈਸ਼ਨਲ ਰਿਲੇਸ਼ਨਸ਼ਿਪ 'ਚ, ਦੂਸਰੇ ਵਿਦੇਸ਼ ਮੰਤਰਾਲੇ ਦੇ ਰਿਲੇਸ਼ਨਸ਼ਿਪ 'ਚ, ਹਰ ਮਾਮਲੇ 'ਚ ਉਹਨਾਂ ਨੇ ਆਪਣੀ ਸੈਟ ਪਾਲਿਸੀਜ਼ ਹੈਗੀਆਂ ਉਹਨਾਂ ਕੋਲ। ਬਿਲਕੁਲ ਜੀ। ਔਰ ਜਿਹੜੇ ਉਹ ਬੰਦੇ ਲਿਆ ਰਹੇ ਹੁਣ ਮੰਤਰੀ ਤੌਰ ਤੇ, ਯੂਨੀਅਨ ਸਟੇਟ ਸੈਕਟਰੀ ਕਹਿੰਦੇ, ਸੁਲਝੇ ਹੋਏ ਬੰਦੇ ਆ ਜੀ, ਉਹ ਸਾਰੇ ਉਹ ਲੋਕ ਹੈ ਜਿਹਨਾਂ ਨੂੰ ਆਲਰੇਡੀ ਇਸ ਗੱਲ ਨਾਲ ਜੁੜੇ ਹੋਏ ਹੈਗੇ ਯਾਰ, ਕਿ ਉਹਨਾਂ ਲਈ ਕੋਈ ਇਹ ਨਵਾਂ ਕੰਮ ਨਹੀਂ ਹੋਊਗਾ। ਪਰ ਫਿਰ ਵੀ ਕਿਉਂਕਿ ਜਿੰਨਾ ਇੱਥੇ ਦਫਾੜ ਪੈ ਚੁੱਕੀ ਹੈ, ਖਾਸ ਤੌਰ ਤੇ ਈਰਾਨ ਨਾਲ, ਅਫਗਾਨਿਸਤਾਨ ਦਾ ਮਸਲਾ ਹੈਗਾ, ਹਾਂਜੀ, ਅਰਬ ਦੇਸ਼ਾਂ ਦੇ ਵਿੱਚ ਕਿੱਦਾਂ ਡੀਲ ਕਰਨਾ, ਇਹ ਕਾਫੀ ਇੱਕ ਉਲਝਿਆ ਹੋਇਆ ਮਸਲਾ ਹੈਗਾ ਜੀ। ਅਮਰੀਕਾ 'ਚ ਬਾਈਡਨ ਨੂੰ ਵੀ ਇੰਨਾ ਸੌਖਾ ਨਹੀਂ ਕਿ ਉਹ ਇਹ ਸਾਰੇ ਸੁਧਾਰ ਇੱਕਦਮ, ਕਿਉਂਕਿ ਕਾਫੀ ਹੁਣ ਖਿਲਾਰਾ ਇੰਨਾ ਪੈ ਗਿਆ ਕਿ ਸੌਖਾ ਨਹੀਂ ਹੈਗਾ। ਥੋੜੀ ਜਿਹੀ ਦਿਮਾਗ ਨਾਲ, ਮਿਹਨਤ ਨਾਲ, ਲਗਨ ਨਾਲ ਇਹ ਕੰਮ ਕਰਨਾ ਹੀ ਪੈਣਾ ਇਹਨਾਂ ਨੂੰ। ਬਿਲਕੁਲ ਬਿਲਕੁਲ। ਖਿਲਾਰਾ ਬਹੁਤ ਜ਼ਿਆਦਾ, ਉਸ ਕਰਕੇ ਔਖਾ ਕੰਮ ਆ। ਜੀ ਜੀ। ਕਈ ਵਾਰੀ ਅੱਗੇ ਵੀ ਹੋਇਆ ਵੀ ਇੱਕ ਪਾਰਟੀ ਜਿਹੜੀ ਹੈਗੀ ਆ ਉਹ ਥੋੜਾ ਜਿਹਾ ਔਖਾ ਕਰ ਜਾਂਦੀ ਆ, ਜਾਂ ਰਿਸੈਸ਼ਨ ਆ ਜਾਂਦਾ, ਫਿਰ ਦੂਜੀ ਪਾਰਟੀ ਆਉਂਦੀ ਆ ਅਮਰੀਕਾ 'ਚ, ਤੇ ਉਹ ਜਿਹੜੀ ਰਿਸੈਸ਼ਨ ਆ ਉਹਨੂੰ ਠੀਕ ਕਰਦੀ ਆ। ਤੇ ਹਾਲੇ ਤੱਕ ਤੇ ਰਿਸੈਸ਼ਨ ਦਾ ਵੀ ਕੋਈ ਮੇਰਾ ਖਿਆਲ ਤਾਂ ਉੱਥੇ ਨਾਂ ਨਿਸ਼ਾਨ ਹੈ ਨਹੀਂਗਾ। ਰਿਸੈਸ਼ਨ ਭਾਵੇਂ ਨਾ ਹੋਵੇ, ਫਿਰ ਵੀ ਦੇਖੋ ਉੱਥੇ 3 ਕਰੋੜ ਤੋਂ ਵੱਧ ਲੋਕ ਬੇਰੁਜ਼ਗਾਰ ਹੈਗੇ ਆ ਪਿਛਲੇ ਸਮੇਂ 'ਚ। ਬਿਲਕੁਲ ਹੈਗੇ। ਉਹਨਾਂ ਨੂੰ ਰੁਜ਼ਗਾਰ ਤੇ ਲਿਆਉਣਾ ਇਹ ਆਪਣੇ ਆਪ 'ਚ ਇੱਕ ਚੁਣੌਤੀ ਹੈ। ਅੱਛਾ, ਉਦੋਂ ਵੱਡੀ ਇੱਕ ਹੋਰ ਚੁਣੌਤੀ ਹੈ, ਉਹ ਹੈਗੀ ਕਿ ਚੀਨ ਨਾਲ ਟਰੰਪ ਨੇ ਜਿੰਨੇ ਸੰਬੰਧ ਵਿਗਾੜੇ ਹੈ, ਬਾਈਡਨ ਉਹਨਾਂ ਤੋਂ ਪਿੱਛੇ ਹਟਣਾ ਚਾਹੁੰਦਾ ਹੈਗਾ ਜੀ। ਬਾਈਡਨ ਦਾ ਇਹ ਹੈਗਾ ਕਿ ਉਹਨਾਂ ਨਾਲ ਠੰਡੀ ਜੰਗ ਖਤਮ ਕਰਕੇ
ਕਿਸੇ ਨਾ ਕਿਸੇ ਤਰ੍ਹਾਂ ਦੇ ਰਿਲੇਸ਼ਨ ਠੀਕ ਕੀਤੀ ਜਾਣ। ਬਿਲਕੁਲ। ਹੁਣ ਇਹ ਬੜਾ ਔਖਾ ਕੰਮ ਹੈ, ਕਿਉਂਕਿ ਇੱਕ ਪਾਸੇ ਚੀਨ ਜਿਹੜਾ ਉਹ ਇੱਕ ਮਹਾਸ਼ਕਤੀ ਵਜੋਂ ਉੱਭਰ ਹੈਗਾ, ਵੱਡੀ ਆਰਥਿਕ ਸ਼ਕਤੀ ਤਾਂ ਉਹ ਬਣ ਹੀ ਚੁੱਕਿਆ ਹੈਗਾ। ਇਵਨ ਇੱਥੋਂ ਤੱਕ ਹੈ ਕਿ ਅਮਰੀਕਾ ਦੇ ਅੰਦਰ ਵੀ ਉਹਦੀ ਆਰਥਿਕ ਸਰਗਰਮੀ ਇੰਨੀ ਜ਼ਿਆਦਾ ਹੈ ਕਿ ਉਹਨੂੰ ਟਰੰਪ ਦੇ ਜ਼ੋਰ ਲਾਉਣ ਦੇ ਬਾਵਜੂਦ ਵੀ ਰੋਕਿਆ ਨਹੀਂ ਜਾ ਸਕਿਆ। ਦੇਖੋ ਗੱਲ ਇਹ ਆ, ਜੋ ਚੀਨ ਕੋਲ ਫੈਸਿਲਿਟੀਜ਼ ਆ ਨਾ, ਹੁਣ ਦੇਖੋ ਜੇ ਕਹੀਏ ਵੀ ਅਮਰੀਕਾ ਚੀਨ ਦਾ ਬਾਈਕਾਟ ਕਰਕੇ ਤੇ ਆਪਣਾ ਨਹੀਂ, ਮੈਂ ਉਹੀ ਕਹਿ ਰਿਹਾ ਸਮਾਨ ਜਿਹੜਾ ਉਹ ਉਹੀ ਸੀ ਵੀ ਟਰੰਪ ਨੇ ਬੜਾ ਯਤਨ ਕੀਤਾ, ਪਰ ਉਹ ਤਾਂ ਕੁਝ ਨਹੀਂ ਵਿਗਾੜ ਸਕਿਆ ਤੇ ਉਹਦੇ ਨਾਲ ਸਗੋਂ ਉਲਟਾ ਅਮਰੀਕਾ ਨੂੰ ਨੁਕਸਾਨ ਹੋਇਆ। ਅਮਰੀਕੀ ਕੰਪਨੀਆਂ ਬਹੁਤ ਘੱਟ ਗਈਆਂ, ਅਮਰੀਕੀ ਕੰਪਨੀਆਂ ਆਪ ਪਿੱਟ ਰਹੀਆਂ, ਜਿਹੜੀਆਂ ਚੀਨ ਦੇ ਵਿੱਚ ਕੰਮ ਕਰ ਰਹੀਆਂ ਸੀ ਉਹਨਾਂ ਨੂੰ ਬਹੁਤ ਨੁਕਸਾਨ ਝੱਲਣਾ ਪੈ ਰਿਹਾ ਹੈਗਾ। ਬਿਲਕੁਲ ਜੀ। ਹੁਣ ਉੱਥੇ ਉਹਨਾਂ ਸਾਰੀਆਂ ਕੰਪਨੀਆਂ ਮੁੜ ਸਥਾਪਿਤ ਕਰ ਸਕਣਾ, ਜਾਂ ਚੀਨ 'ਚ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਰੂਪ 'ਚ ਨੁਕਸਾਨ ਪਹੁੰਚਾਇਆ ਟਰੰਪ ਵੇਲੇ ਪ੍ਰਸ਼ਾਸਨ ਨੇ, ਉਹਨਾਂ ਦੀ ਉੱਥੇ ਮੁੜ ਸਥਾਪਤੀ ਔਰ ਚੀਨ ਦੇ ਨਾਲ ਫਿਰ ਇੰਟਰਨੈਸ਼ਨਲ ਸੰਬੰਧਾਂ 'ਚ ਜੀ ਮੁੜ ਕੇ ਅਮਰੀਕਾ ਦਾ ਕੀ ਰਿਲੇਸ਼ਨ ਬਣਦਾ ਹੈ, ਇਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਹੈ। ਕਿਉਂਕਿ ਹੁਣ ਤੱਕ ਟਰੰਪ ਪ੍ਰਸ਼ਾਸਨ ਦੀ ਕੀ ਨੀਤੀ ਸੀ ਕਿ ਚੀਨ ਨੂੰ ਘੇਰਾਬੰਦੀ ਕੀਤੀ ਜਾਵੇ, ਜਿਸ 'ਚ ਭਾਰਤ ਨੂੰ, ਜਾਪਾਨ ਨੂੰ ਉਹਨਾਂ ਨੇ ਸਭ ਤੋਂ ਨੇੜਲੇ ਸਾਥੀ ਗਿਣਿਆ ਸੀ ਜੀ, ਤੇ ਯੂਰਪੀਅਨ ਕੰਟਰੀ ਨੂੰ ਨਾਲ ਜੋੜਨ ਦਾ ਯਤਨ ਕੀਤਾ ਸੀਗਾ। ਹੁਣ ਇਸ 'ਚ ਉਹ ਹਾਲਾਂਕਿ ਭਾਰਤ ਵੀ ਬੜਾ ਜ਼ੋਰ ਲਾ ਕੇ ਚੱਲਿਆ ਨਾਲ ਜੀ, ਜਾਪਾਨ ਨੇ ਬੜਾ ਯਤਨ ਕੀਤਾ, ਪਰ ਚੀਨ ਤੇ ਲੱਗਦਾ ਇਹਦਾ ਕੋਈ ਅਸਰ ਨਹੀਂ ਪਿਆ ਹੈਗਾ। ਕਿਉਂਕਿ ਇੱਕ ਤਾਂ ਇਹ ਕਿ ਹਿੰਦੁਸਤਾਨ ਦੀ ਚੀਨ ਨੇ ਘੇਰਾਬੰਦੀ ਇੰਨੀ ਕਰ ਚੁੱਕਿਆ ਹੈ, ਪਾਕਿਸਤਾਨ ਤੋਂ ਲੈ ਕੇ ਲੰਕਾ ਤੱਕ ਸਾਰੇ ਗੁਆਂਢੀ ਉਹਦੇ ਨਾਲ ਜੁੜੇ ਹੋਏ ਇਸ ਵੇਲੇ, ਔਰ ਉਹਨੇ ਇੱਕ ਇੱਥੇ ਸਾਡੇ ਸੜਕ ਵੀ ਕੱਢਤੀ ਹੈ, ਰੋਡ ਵੀ ਕੱਢਤਾ ਉਹ ਜੀ, ਲੰਕਾ ਤੋਂ ਲੈ ਕੇ ਇਸ ਤੱਕ, ਤੇ ਪਾਕਿਸਤਾਨ ਦੇ ਵਿੱਚ ਉਹਨੇ ਅੱਡੇ ਵੀ ਜਮਾ ਲਿਆ ਬਹੁਤ। ਹਾਲਾਂਕਿ ਪਾਕਿਸਤਾਨ ਜਿਹੜੀ ਚੀਨ ਹੈ, ਬੇਸ ਉਹਨੇ ਬਣਾ ਲਿਆ ਉੱਥੇ। ਚੀਨ ਦੇ ਕੋਲ ਕੋਈ ਖੁਸ਼ਕ ਬੰਦਰਗਾਹ ਨਹੀਂ ਸੀ ਜੀ, ਪਰ ਉਹਨੇ ਹੁਣ ਸਮੁੰਦਰ ਲੈ ਕੇ ਅਮਰੀਕਾ ਤੋਂ ਜਿਹੜਾ ਇਹਨੂੰ ਅਸੀਂ ਸਾਡੇ ਹਿੰਦੁਸਤਾਨੀ ਕਬਜ਼ੇ ਵਾਲਾ ਕਸ਼ਮੀਰ ਕਹਿੰਦੇ ਆ, ਜੀ ਜੀ, ਉਹਦੇ ਨਾਲ ਸਮੁੰਦਰ ਤੇ ਆਪਣਾ ਵੱਡਾ ਕੈਂਪ ਵੀ ਕਾਇਮ ਕਰ ਲਿਆ। ਜੀ ਜੀ, ਯਾਰ ਕਿ ਇਹਦੇ ਵੱਡੇ ਬੇਸ ਉਹਨੇ ਕਾਇਮ ਕਰ ਲਿਆ ਇੱਥੇ ਚੀਨ ਨੇ। ਹੁਣ ਇਹ ਅਮਰੀਕਾ ਲਈ ਵੀ ਬੜਾ ਵੱਡਾ ਮਸਲਾ ਖੜਾ ਹੋ ਗਿਆ ਵੀ ਉਹ ਪਾਕਿਸਤਾਨ ਦੀ ਸਪੋਰਟ ਕਰੂਗਾ ਕਿ ਨਹੀਂ, ਕਿਉਂਕਿ ਹੁਣ ਤੱਕ ਜੋ ਸੰਕੇਤ ਰਿਹਾ ਨਾ ਉਹ ਝੁਕਾਅ ਬਾਈਡਨ ਦਾ ਪਾਕਿਸਤਾਨ ਵਾਲੇ ਪਾਸੇ ਰਿਹਾ ਪਹਿਲਾਂ ਤੋਂ। ਜੀ ਜੀ, ਹੁਣ ਟਰੰਪ ਦਾ ਬਹੁਤ ਓਪਨ ਝੁਕਾਅ ਸੀ ਹਿੰਦੁਸਤਾਨ ਵੱਲ। ਜੀ ਬਿਲਕੁਲ। ਹੁਣ ਇਸ ਨੂੰ ਕਿੱਦਾਂ ਉਹ ਬੈਲੈਂਸ ਕਰ ਦੇਣਗੇ ਔਰ ਚੀਨ ਨਾਲ ਫਿਰ ਕਿਵੇਂ ਸੰਬੰਧ ਬਣਾਉਂਦੇ ਆ, ਕਿਉਂਕਿ ਇੱਥੇ ਅੱਜ ਪਿਛਲੇ ਦਿਨਾਂ 'ਚ ਦੇਖਿਆ ਸੀ ਕਿ ਭਾਰਤ ਔਰ ਚੀਨ ਦੇ ਸੰਬੰਧ ਵੀ ਬੜੇ ਖਰਾਬ ਨੇਗੇ। ਜੀ, ਹਿੰਦੁਸਤਾਨ ਤੇ ਭਾਰਤ ਦੇ ਪਹਿਲੇ ਸੰਬੰਧ ਚੰਗੇ ਨਹੀਂ ਗਏ। ਹੁਣ ਇਹ ਹਾਲਾਤ 'ਚ ਜਿਹੜਾ ਦੱਖਣੀ ਏਸ਼ੀਆ ਹੈ, ਇੱਥੇ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਔਰ ਇਹਦੇ 'ਚ ਵੱਖ-ਵੱਖ ਦੇਸ਼ਾਂ ਦੇ ਫਿਰ ਨੇਪਾਲ, ਭੂਟਾਨ, ਛੋਟੇ ਮੁਲਕ, ਉਹਨਾਂ ਨਾਲ ਵੀ ਹਾਲਾਤ ਹੈਗੇ। ਹੁਣ ਇਹ ਸਾਰੇ ਉਲਝਣ ਭਰਿਆ ਮਸਲਾ ਇਹ ਬਾਈਡਨ ਲਈ ਬੜੀ ਸਮੱਸਿਆ ਪੈਦਾ ਕਰੂਗਾ ਜੀ, ਜਿਹੜੀ ਕਿ ਦੀ ਟਰੰਪ ਦੀ ਵਿਰਾਸਤ ਹੈ ਕਹੀਏ ਆਪਾਂ। ਜੀ ਬਿਲਕੁਲ। ਵੀ ਟਰੰਪ ਦੀ ਵਿਰਾਸਤ ਨਾਲ ਜੂਝਣਾ ਪੈਣਾ ਹੈ ਇਸ ਵੇਲੇ, ਫਿਰ ਅੰਦਰੂਨੀ ਤੌਰ ਤੇ ਵੀ ਤੇ ਇੰਟਰਨੈਸ਼ਨਲ ਤੌਰ ਤੇ ਵੀ। ਬਿਲਕੁਲ, ਬਹੁਤ ਸਾਰੇ ਹੋਰ ਵੀ ਮਸਲੇ ਹੈਗੇ ਆ, ਕਿਉਂਕਿ ਜੋ ਬਾਈਡਨ ਜਿਹੜੇ ਆ ਉਹ ਸਹੁੰ ਚੁੱਕਣ ਜਾ ਰਹੇ ਆ ਜਨਵਰੀ ਵਿੱਚ, ਉਹ ਹੁਣ ਬਿਲਕੁਲ ਕਨਫਰਮ। ਮੇਜਰ ਸਿੰਘ ਹੋਰਾਂ ਨੇ ਬਹੁਤ ਕੰਮ ਦੀਆਂ ਗੱਲਾਂ ਜਿਹੜੀਆਂ ਉਹ ਦੱਸੀਆਂ, ਕਿਉਂਕਿ ਇਹਨਾਂ ਦੀ ਸਟੱਡੀ ਬਹੁਤ ਆ, ਇਹਨਾਂ ਦੀ ਨੌਲੇਜ ਬਹੁਤ ਆ, ਤੇ ਇਹ ਸਮੇਂ-ਸਮੇਂ 'ਤੇ ਜਿਹੜੀ ਆ ਇਸ ਤਰ੍ਹਾਂ ਦੀਆਂ ਡਿਸਕਸ਼ਨਸ 'ਚ ਹਿੱਸਾ ਲੈਂਦੇ ਰਹਿੰਦੇ ਆ। ਵਿਸ਼ੇਸ਼ ਤੌਰ 'ਤੇ ਇਹਨਾਂ ਨੂੰ ਇਸੇ ਕਰਕੇ ਅੱਜ ਅਸੀਂ ਆਪਣੇ ਸਟੂਡੀਓ 'ਤੇ ਸੱਦਿਆ ਸੀਗਾ। ਬਹੁਤ ਥੈਂਕ ਯੂ ਤੁਹਾਡਾ ਜੀ ਮੇਜਰ ਸਿੰਘ ਜੀ।